साहिब जी। तू मेरो मेर पर्वत स्वामी, ओट गही मैं तेरी। ना तुम डोलो ना हम गिरते, रख लीनी प्रभ मेरी। अब तब जब कब तू ही हम तो ये प्रसाद सुखी सदही। तोरे परोसे मगहर बसियो, मेरे तन की तपत बुझाई। पहले दर्शन मगहर पायो, फुन काशी बसे आई। जैसा मगहर तैसी काशी, हम एक कर जानी। हम निरतन ज्यों एह तन पाया, मरते फूट गुमानी। करें गुमान चुबे तिस सुला के, काडन को नाही। अजय सो चोब को बिलल बिलाते, नर के कोर पचाही। धन वाहिगुरु साहिब जी। सूही महला पंजवा। जिसके सिर ऊपर तू स्वामी, सो दुख कैसा पावे। बोल न जाने माया मद मता, मरना चीत न आवे। मेरे राम राय तू संता का संत तेरे। तेरे सेवक को पौ किश नाही, जम नहीं आवे नेरे रहा। जो तेरे रंग राते स्वामी, तिनका जन्म मरण दुख नासा। तेरी बख्श न मेटे कोई, सतगुर का दिलासा। नाम ध्यान सुख फल पायने, आठ पहरिया राधे। तेरी शरण तेरे परवासे, पंच दुष्ट ले साधे। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। परम सन्मानयोग चवर छतर तखत दे मालक, ज़हरा ज़हूर हाजरा हजूर, शब्दां दे पंडार गुरगद्दी ते बिराजमान। जुगो जुग अटल वाले कुलालम, बाणी दे मुजस्मे बाणी दे मोहित। धन धन श्री गुरु ग्रंथ साहिब जी। तिन्हां दी पावन गुरबाणी, पावन कथावां, पावन कीर्तन इलाही कीर्तन सुनदी हुई प्यारी साध संगत जियो। वडभागे हाँ कुछ वीरा करके चलदी हुई इस महावारी दे अंदर कुछ वीरा ने एक छोटा जा उपराला किया है कि गुरबाणी दी सिक्ख्या, गुरबाणी दी पावन कीर्तन किसी ना किसी रूप दे विच गुरु प्यारी साध संगत दे कोल पहुंच सके। क्योंकि आप समूह संगतां जाणू हो, गुरुद्वारे दे विच संगत एकत्र होण तो केंद्र सरकार ने वरजिया है। इसी विचकार कुछ उपराले उन्हां वीरां सदके उन्हां दा धन्नवाद, जेड़े कि गुरु दी प्यारी साध संगत दे कोल
ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪਹੁੰਚਾਉਣ ਦੇ ਵਿੱਚ ਲੱਗੇ ਹੋਏ ਨੇ। ਮੈਂ ਆਪ ਜੀ ਦੇ ਸਾਹਮਣੇ ਇੱਕ ਛੋਟਾ ਜਿਹਾ ਸ਼ਬਦ ਸ਼ਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 749 ਅੰਗ ਤੇ ਸੁਭਾਇਮਾਨ ਸੂਹੀ ਰਾਗ ਦੇ ਵਿੱਚ ਅੰਕਿਤ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਅੰਦਰ ਆਪਣੇ ਭਗਤ ਨੂੰ ਸਿਹਤ ਬਖਸ਼ਦੇ ਹਨ ਜੀ। ਭਗਤ ਜੀ, ਜਿਹੜਾ ਭਗਤ, ਜਿਹੜਾ ਇਨਸਾਨ ਇੱਕ ਵਾਰ ਉਸ ਕਾਦਰ ਦੀ ਕੁਦਰਤ ਨੂੰ ਪਿਆਰ ਕਰਦਾ ਹੈ, ਉਸ ਪਾਤਸ਼ਾਹ ਜੀ ਨੂੰ ਤਨ ਮਨ ਧਨ ਦੀ ਸੇਵਾ ਕਰਨ ਤੋਂ ਉਪਰੰਤ ਗੁਰੂ ਪਾਤਸ਼ਾਹ ਜੀ ਜਦੋਂ ਉਸ ਸੇਵਕ ਦੀ ਬਾਹ ਫੜ ਲੈਂਦੇ ਨੇ, ਫਿਰ ਦੁਨੀਆ ਦੀ ਕੋਈ ਵੀ ਤਾਕਤ ਉਸ ਇਨਸਾਨ ਨੂੰ ਗੁਰੂ ਦੇ ਨਾਲ ਨਹੀਂ ਤੋੜ ਸਕਦੀ ਜੀ। ਆਪ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਹੋਈ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਵਡਭਾਗੇ ਹੋ। ਪਾਵਨ ਸ਼ਬਦ ਦੀ ਵਿਚਾਰ ਸੁਣਨ ਦਾ ਇਹ ਮੌਕਾ, ਇਹ ਅਵਸਰ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕਾਦਰੇ ਹਰਕਾਤ ਬੇਕਿਸ਼ਾਇਆ ਯਾਰ ਜ਼ੁਮਲਾ ਫੈਜ਼ੇ ਨੂਰ ਹੱਕ ਰਾ ਗੰਜ਼ੋਰ ਬਾਦਸ਼ਾਹਾਂ ਦਾ ਬਾਦਸ਼ਾਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਾਜਾਂ ਵਾਲਾ ਸਤਿਗੁਰ ਧੰਨ ਧੰਨ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਪਾਓ ਸਾਂਝ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਜਦੋਂ ਗੁਰਬਾਣੀ ਦੀ ਸ਼ਬਦ ਦੀ ਵਿਚਾਰ ਅਸੀਂ ਆਰੰਭ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਰਾਹੋਂ ਦੀਆਂ ਪੰਕਤੀਆਂ ਦੇ ਅਸੀਂ ਅਰਥ ਕਰਦੇ ਹਾਂ, ਕਿਉਂਕਿ ਰਾਹੋਂ ਦੀਆਂ ਪੰਕਤੀਆਂ ਦੇ ਅੰਦਰ ਮੇਨ ਭਾਵ, ਮੇਨ ਤੱਤ ਛੁਪਿਆ ਹੁੰਦਾ ਹੈ, ਜਿਹੜਾ ਕਿ ਮੇਨ ਤੱਤ ਭਾਵ ਅਰਥ ਉੱਥੇ ਸਾਨੂੰ ਸਹੀ ਰਾਸਤੇ ਤੇ ਉੱਤੇ ਲੈ ਕੇ ਜਾਂਦੇ ਨੇ। ਹਜ਼ੂਰ ਦਾ ਵਾਕ, ਜਿਸ ਇਨਸਾਨ ਦੀ ਸੇਵਾ ਗੁਰੂ ਘਰ ਦੇ ਵਿੱਚ, ਇਨਸਾਨ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ, ਭਾਵੇਂ ਉਹ ਝਾੜੂ ਦੀ ਸੇਵਾ, ਲੰਗਰਾਂ ਦੀ ਸੇਵਾ, ਰੁਮਾਲੇ ਸਾਹਿਬ ਦੀ ਸੇਵਾ, ਗੁਰੂ ਪਾਤਸ਼ਾਹ ਜੀ ਦੇ ਥੜੇ ਧੋਣ ਦੀ ਸੇਵਾ, ਅਨੇਕ ਸੇਵਾ, ਕੋਈ ਵੀ ਧਰਮ ਦਾ ਬੰਦਾ ਹੈ, ਕਿਤੇ ਨਾ ਕਿਤੇ ਉਹ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ। ਪਾਤਸ਼ਾਹ ਜੀ ਰਾਹੋਂ ਦੀਆਂ ਪੰਕਤੀਆਂ ਦੇ ਅੰਦਰ ਕਹਿਣ ਲੱਗੇ, ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ, तेरे सेवक को भव किश नाही जम नहीं आवे नेरे। मेरे राम राय इत्थे संबोधन है, हे मेरे राम राय जी, हे मेरे रब जी, हे मेरे खुदा जी, जेड़े संत इस दुनिया दे विच तेरी भगती करदे ने, तू संता का, तू उन्हां दा रखवाला है, तू उन्हां दी रखिया करदा है। संत तेरे ते जेड़े संत इस दुनिया दे विच विचरदे ने, ਉਹ ਸੇਵਕ ਕੇਵਲ ਤੇ ਕੇਵਲ ਤੇਰਾ ਓਟ ਆਸਰਾ ਲੈਂਦਿਆਂ ਹੋਇਆਂ ਆਪਣੀ ਜ਼ਿੰਦਗੀ ਗੁਜ਼ਾਰ ਦਿੰਦੇ ਨੇ। ਭਾਵ ਜਦੋਂ ਅਸੀਂ ਗੁਰਬਾਣੀ ਦੇ ਬੋਲ ਪੜ੍ਹਦੇ ਹਾਂ, ਗੁਰਬਾਣੀ ਨੂੰ ਅਸੀਂ ਪੜ੍ਹਦੇ ਹਾਂ, ਜਦੋਂ ਸੋਦਰ ਸਾਹਿਬ ਜੀ ਦਾ ਪਾਠ ਕਰਦੇ ਹਾਂ, ਸੋਦਰ ਸਾਹਿਬ ਜੀ ਦਾ ਪਾਠ ਕਰਦਿਆਂ ਹੋਇਆਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਹੰਗ ਹੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਭਾਵ ਕਿ ਮੈਂ ਸਾਰੇ ਦਰਬਾਰ ਨੂੰ ਛੱਡਦਿਆਂ ਹੋਇਆ, ਦੁਨੀਆ ਦੇ ਅੰਦਰ ਇਸ ਦੁਨੀਆ ਦੇ ਲੋਕਾਂ ਨੇ ਮੈਨੂੰ ਗੁੰਮਰਾਹ ਕੀਤਾ ਸੀ। ਮੈਂ ਜਿਹਦੇ ਕੋਲ ਵੀ ਧਰਮ ਦੀ ਡੈਫੀਨੇਸ਼ਨ, ਧਰਮ ਦੀ ਪਰਿਭਾਸ਼ਾ ਪੁੱਛਦਾ ਸੀ ਤੇ ਕੋਈ ਲੋਕ ਮੈਨੂੰ ਕਿਤੇ ਨਾ ਕਿਤੇ ਜੋੜ ਦਿੰਦੇ ਸਨ, ਪਰ ਜਿੱਦਣ ਦਾ ਮੈਂ ਤੇਰੇ ਦਰਬਾਰ ਦੇ ਵਿੱਚ ਆਇਆ, ਜਿੱਦਣ ਦੀ ਮੈਂ ਤੇਰੀ ਬਾਹ ਫੜੀ ਹੈ ਸੱਚੇ ਪਾਤਸ਼ਾਹ ਜੀ, ਤੂੰ ਮੇਰੀ ਬਾਹ ਫੜੀ ਹੈ, ਉਦੋਂ ਤੋਂ ਬਾਅਦ ਮੈਨੂੰ ਅੱਜ ਤੱਕ ਇਸ ਦੁਨੀਆ ਦੇ ਵਿੱਚ ਕੋਈ ਵੀ ਅਲੱਗ ਨਹੀਂ ਕਰਾ ਸਕਿਆ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਮੈਂ ਸਾਰੇ ਦੁਆਰਾਂ ਨੂੰ ਛੱਡਦਿਆਂ ਹੋਇਆਂ ਤੇਰੇ ਦਰਬਾਰ ਦੇ ਵਿੱਚ ਆਇਆ ਹਾਂ। ਬਾਹਾਂ ਗਹੇ ਕੀ ਲਾਜ ਅਸ, ਇੱਕ ਗੱਲ ਦਾ ਧਿਆਨ ਰੱਖਣਾ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਅਸੀਂ ਉਚਾਰਨ ਕਰਦੇ ਹਾਂ ਬਾਹੇ ਗਹੇ ਕੀ ਲਾਜ ਅਸ, ਪਰ ਧਿਆਨ ਦੇਣਾ ਹਾਹੇ ਨੂੰ ਸਿਹਾਰੀ ਹੈ ਤੇ ਕਿਤੇ ਨਾ ਕਿਤੇ ਅਸੀਂ ਹਾਹੇ ਦਾ ਔਂਕੜ ਜਾਂ ਹਾਹੇ ਦੀ ਸਿਹਾਰੀ ਸਾਇਲੈਂਟ ਰੱਖਦੇ ਹਾਂ, ਉਹ ਬੋਲੀ ਨਹੀਂ ਜਾਂਦੀ। ਬਾਹੇ ਦਾ ਕੋਈ ਉਚਾਰਨ ਨਹੀਂ, ਉਚਾਰਨ ਹੈ ਬਾਹਾਂ। ਭਾਵ ਇਸ ਬਾਹਾਂ ਦਾ ਜ਼ਿਕਰ ਹੋਇਆ ਜਦੋਂ ਮੇਰਾ ਹੱਥ
ਇਹ ਮੇਰੀ ਬਾਹ ਸੱਚਾ ਗਰੀਬ ਨਿਵਾਜ ਪਾਤਸ਼ਾਹ ਜੀ ਫੜ ਲੈਂਦੇ ਨੇ, ਉਦੋਂ ਤੋਂ ਬਾਅਦ ਮੈਨੂੰ ਕੋਈ ਅਲੱਗ ਨਹੀਂ ਕਰ ਸਕਦਾ। ਬਾਹਾਂ ਗਹੀ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਭਾਵ ਇਹ ਦਾਸ ਤੇਰੇ ਦਰਬਾਰ ਤੇ ਆਇਆ ਹੈ ਪਾਤਸ਼ਾਹ ਜੀ, ਹੁਣ ਇਹਦੀ ਇੱਜ਼ਤ ਤੇਰੇ ਹੱਥ ਦੇ ਵਿੱਚ ਹੈ, ਤੂੰ ਇਹ ਜਿੱਤ ਇੱਜ਼ਤ ਰੱਖਣੀ ਹੈ। ਗੁਰਬਾਣੀ ਦਾ ਵਾਕ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਪੜ੍ਹਦੇ ਹਾਂ, ਉੱਥੇ ਵੀ ਪਾਤਸ਼ਾਹ ਜੀ ਨੇ ਲਿਖਿਆ ਹੈ, ਬਾਹਾਂ ਪਕੜ ਸਤਿਗੁਰ ਨਿਸਤਾਰਾ, ਭਾਵ ਉਹ ਸੱਚਾ ਪਾਤਸ਼ਾਹ ਇਨਸਾਨ ਦੀ ਬਾਹਾਂ ਫੜ ਲੈਂਦਾ ਹੈ ਤੇ ਉਸ ਨੂੰ ਨਿਸਤਾਰਿਆ, ਭਾਵ ਉਸ ਨੂੰ ਸਾਤ ਸਮੁੰਦਰ ਤੋਂ ਉੱਤੇ ਉਠਾ ਲੈਂਦਾ ਹੈ। ਦੁਨੀਆ ਦੀ ਜਦੋਂ ਗੱਲ ਕਰਦੇ ਹਾਂ, ਇਸ ਦੁਨੀਆ ਨੂੰ ਗੁਰਬਾਣੀ ਦੇ ਅੰਦਰ ਭਰਿਆ ਸਮੁੰਦਰ ਆਖਿਆ, ਅੱਗ ਦੇ ਨਾਲ ਭਰੀ ਹੋਈ ਇੱਕ ਜੰਜਾਲ ਆਖਿਆ। ਮਾਇਆ ਨੇ ਇਸ ਸਾਰੇ ਸੰਸਾਰ ਨੂੰ ਗਰਾਸਿਆ ਹੋਇਆ ਹੈ, ਆਪਣੇ ਕਬਜ਼ੇ ਦੇ ਵਿੱਚ ਲੈਵਾ। ਹਾਲਾਂਕਿ ਭਗਤ ਫਰੀਦ ਜੀ ਨੇ ਤੇ ਇਸ ਦੁਨੀਆ ਨੂੰ ਮੇਲਾ ਵੀ ਬਿਆਨ ਕੀਤਾ ਹੈ। ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ, ਭਾਵ ਦੁਨੀਆ ਇੱਕ ਮੇਲਾ ਹੈ। ਜਿਸ ਤਰ੍ਹਾਂ ਤੂੰ ਦੁਨੀਆ ਦੇ ਵਿੱਚ ਵਿਚਰਦਾ ਹੈ ਤੇ ਤੈਨੂੰ ਪਤਾ ਨਹੀਂ ਲੱਗਦਾ ਭਾਈ ਕੌਣ ਆਪਣਾ ਕੌਣ ਪਰਾਇਆ। ਮੇਲੇ ਦੀ ਭੀੜ, ਮੇਲੇ ਦੇ ਵਿੱਚ ਬਹੁਤ ਜੇ ਲੋਕ ਇਕੱਤਰ ਨੇ, ਪਰ ਜੇਕਰ ਤੂੰ ਆਪਣੀ ਦੀ ਪਛਾਣ ਕਰਨੀ ਹੈ ਤੇ ਕੇਵਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਹੀ ਅਸਲ ਦੇ ਵਿੱਚ ਤੇਰੇ ਨੇ। ਜਦੋਂ ਤੂੰ ਆਪਣੀ ਦੀ ਬਾਹ ਫੜਦਾ ਹੈ, ਭਾਵ ਸਾਰੇ ਦੁਆਰ ਨੂੰ ਛੱਡਦਿਆਂ ਹੋਇਆਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸ਼ਰਨ ਦੇ ਵਿੱਚ ਜਾਂਦਾ ਹੈ। ਸੰਤ ਦੀ ਰੱਖਿਆ ਗੁਰੂ ਨੇ ਕਰ ਰਿਹਾ, ਗੁਰੂ ਨੇ ਕੀਤੀ ਹੈ। ਉਸ ਅਕਾਲ ਪੁਰਖ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਹੋਇਆਂ ਇਤਿਹਾਸ ਦੇ ਵਿੱਚ ਇੱਕ ਸਾਖੀ ਆਪ ਜੀ ਦੇ ਨਾਲ ਜ਼ਰੂਰ ਸਾਂਝੀ ਕਰਾਂਗਾ ਜੀ। ਚਮਕੌਰ ਦੀ ਗੜੀ ਤੋਂ ਬਾਅਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹੀਦ ਹੋ ਗਏ। ਚਮਕੌਰ ਦੀ ਗੜੀ ਦੇ ਅੰਦਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਲੈ ਕੇ ਜਦੋਂ ਦੂਰ ਕਿਤੇ ਜਾਂਦੇ ਨੇ ਤੇ ਇੱਕ ਜੰਗਲ ਦੇ ਵਿੱਚ ਉਹਨਾਂ ਨੇ ਨਿਵਾਸ ਕੀਤਾ, ਡੇਰਾ ਲਾਇਆ ਤੇ ਸਿੰਘਾਂ ਨੂੰ ਹੁਕਮ ਕੀਤਾ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦੀ ਜਿਹੜੀ ਰਿਹਾਇਸ਼ ਹੈ ਅਸੀਂ ਇਸੇ ਸਥਾਨ ਤੇ ਕਰਾਂਗੇ। ਕੁਝ ਨਦੀ ਦੇ ਕਿਨਾਰੇ ਤੇ ਸਿੰਘਾਂ ਨੇ ਆਪਣਾ ਸਮਾਨ ਉਤਾਰਿਆ, ਤੰਬੂ ਲਾਇਆ ਤੇ ਨਦੀ ਦੇ ਪਰਲੇ ਕੰਢੇ ਤੇ ਇੱਕ ਫਕੀਰ ਰਹਿੰਦਾ ਸੀ। ਫਕੀਰ ਨੇ ਬਾਹਰ ਨਿਕਲ ਕੇ ਵੇਖਿਆ, ਅੱਜ ਤੱਕ ਕਿਸੇ ਇਨਸਾਨ ਨੇ ਇਸ ਨਦੀ ਦੇ ਕਿਨਾਰੇ ਤੇ ਆਪਣਾ ਤੰਬੂ ਨਹੀਂ ਲਾਇਆ। ਇਹ ਹੈ ਕੌਣ? ਦੇਖਣ ਨੂੰ ਨੌਜਵਾਨ ਲੱਗਦਾ ਹੈ। ਆਲੇ ਦੁਆਲੇ ਜਿਹੜੇ ਸਿੰਘ ਨੇ ਉਹਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ। ਕੋਈ ਘਾਹ ਫੂਲ ਆ ਰਿਹਾ ਹੈ, ਕੋਈ ਪ੍ਰਸ਼ਾਦਾ ਬਣਾ ਰਿਹਾ ਹੈ, ਕੋਈ ਭਗਤੀ ਕਰ ਰਿਹਾ ਹੈ, ਕੋਈ ਕੀਰਤਨ ਕਰ ਰਿਹਾ ਹੈ। ਜਦੋਂ ਉਹ ਫਕੀਰ ਨਿਕਲ ਕੇ ਵੇਖਦਾ, ਮਨ ਦੇ ਵਿੱਚ ਇੱਕ ਚਾਹ ਆਇਆ ਕਿ ਮੈਂ ਇਸ ਬਾਦਸ਼ਾਹ ਨੂੰ, ਆਹ ਵੇਖਣ ਨੂੰ ਬਾਦਸ਼ਾਹ ਹੈ ਪਰ ਪਤਾ ਨਹੀਂ ਹੈ ਕੌਣ। ਉਸ ਫਕੀਰ ਨੇ ਸੋਚਿਆ ਮੈਂ ਇਸ ਨੂੰ ਚੱਲ ਕੇ ਮਿਲਾਂ ਤੇ ਜਦੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣ ਆਂਦਾ ਹੈ ਤੇ ਮਨ ਦੇ ਵਿੱਚ ਲਾਲਚ ਆ ਗਿਆ ਜੀ, ਅਹੰਕਾਰ ਆ ਗਿਆ। ਹੁਣ ਅਹੰਕਾਰ ਇਹ ਆ ਗਿਆ, ਤੇਰੀ ਉਮਰ ਹੈ 70 ਕੁ ਸਾਲ ਤੇ ਉਸ ਨੌਜਵਾਨ ਦੀ ਉਮਰ ਹੈ ਲਗਭਗ ਅੰਦਾਜ਼ਾ ਲਾਇਆ 40 ਕੁ ਸਾਲ। ਹੁਣ 40 ਸਾਲ ਦੇ ਨੌਜਵਾਨ ਦੇ ਸਾਹਮਣੇ ਤੂੰ ਮਿਲਣ ਜਾਏਗਾ, ਤੇਰੀ ਬੇਇੱਜ਼ਤੀ ਹੋ ਜਾਏਗੀ। ਮੈਂ ਬਜ਼ੁਰਗ ਹਾਂ, ਮੈਂ ਵੱਡਾ ਹਾਂ। ਉਹ ਮੇਰੇ ਕੋਲ ਆਵੇ ਤੇ ਗੱਲ ਫਬਦੀ ਵੀ ਹੈ। ਉਹ ਵਾਪਸ ਆਪਣੇ ਝੋਪੜੀ ਦੇ ਵਿੱਚ ਚਲਾ ਜਾਂਦਾ ਹੈ। ਉਸ ਤੋਂ ਬਾਅਦ ਦੇਖਿਆ, ਇੰਤਜ਼ਾਰ ਕਰ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਨੂੰ ਆਪ ਮਿਲਣਗੇ, ਪਰ ਜਦੋਂ ਇਹ ਗੱਲ ਉਸ ਨੂੰ ਫਬੀ ਨਹੀਂ। ਆਲੇ ਦੁਆਲੇ ਸਿੰਘ ਪ੍ਰਸ਼ਾਦਾ ਛਕਦੇ ਨੇ, ਆਪਣੇ ਆਪਣੀ ਸੇਵਾ ਦੇ ਵਿੱਚ ਲੱਗ ਜਾਂਦੇ। ਦੋ ਕੁ ਸਿੰਘ ਘੋੜੇ ਦੇ ਘਾਹ ਫੂ ਵਾਸਤੇ ਉਹ ਘਾਹ ਫੂ ਲੈਣ ਗਏ ਤੇ ਉਸ ਫਕੀਰ ਨੇ ਉਹਨਾਂ ਸਿੰਘਾਂ ਨੂੰ ਰੋਕਿਆ ਤੇ ਕਹਿਣ ਲੱਗਾ, ਗੱਲ ਸੁਣੋ, ਇਹ ਬਾਦਸ਼ਾਹ ਹੈ ਕੌਣ? ਸਾਰੇ ਸਿੰਘ ਆਲੇ ਦੁਆਲੇ ਇਹਦੀ ਸੇਵਾ ਦੇ ਵਿੱਚ ਲੱਗੇ ਨੇ ਤੇ ਦੱਸੋਗੇ ਅਸਲ ਦੇ ਵਿੱਚ ਹੈ ਕੌਣ? ਉਹਨਾਂ ਨੇ ਸਾਰੀ ਕਹਾਣੀ, ਇਹ ਸਾਰਾ ਇਤਿਹਾਸ ਦੱਸਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਹੋਏ। ਛੋਟੇ ਸਾਹਿਬਜ਼ਾਦੇ ਸਰਹੰਦ ਦੇ ਅੰਦਰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰਾ ਦਿੱਤੇ ਗਏ। ਵੱਡੇ ਸਾਹਿਬਜ਼ਾਦੇ ਦੂਜੇ ਥਾਂ ਤੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਨੇ। ਮਾਤਾ ਸ਼ਹੀਦ ਹੋ ਗਈ। ਆਪ ਪਿਤਾ ਦਸ਼ਵੇਸ਼ ਸਿੱਖਾਂ ਦਾ 10ਵਾਂ ਗੁਰੂ, ਅਸਲ ਦੇ ਵਿੱਚ ਪੰਥ ਵਾਸਤੇ ਆਪਣਾ ਸਾਰਾ ਪਰਿਵਾਰ ਇਸ ਪੰਥ ਨੂੰ ਸੌਂਪ ਦਿੱਤਾ ਗਿਆ। ਜਦੋਂ ਇਹ ਗੱਲ ਫਕੀਰ ਨੇ ਸੁਣੀ ਤੇ ਅੱਖਾਂ ਦੇ ਵਿੱਚ ਹੰਝੂ ਆਏ, ਭੱਜਦਾ ਆਇਆ ਪਿਤਾ ਦਸ਼ਵੇਸ਼ ਦੇ ਕੋਲ ਤੇ ਪੈਰਾਂ ਦੇ ਵਿੱਚ ਪੈ ਗਿਆ। ਵਿਚਾਰ ਹੋਈ, ਵਾਰਤਾਲਾਪ ਹੋਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਖਿਆ ਕਿ ਫਕੀਰ ਦੱਸ ਤੈਨੂੰ ਚਾਹੀਦਾ ਕੀ ਹੈ?
ਜਦੋਂ ਫਕੀਰ ਦੇ ਬੋਲ ਸੀ ਤੇ ਜਵਾਬ ਬੜਾ ਬਾ ਕਮਾਲ ਸੀ। ਕਹਿਣ ਲੱਗਾ ਕਿ ਦੁਨੀਆ ਦੇ ਅੰਦਰ ਬਚਪਨ ਤੋਂ ਮੈਂ ਠੇਡਾ ਖੱਦਾ ਆਇਆ। ਮੈਂ ਇੱਕ ਬ੍ਰਾਹਮਣ ਦੇ ਕੋਲ ਗਿਆ, ਮੈਂ ਰੱਬ ਨੂੰ ਮਿਲਣਾ ਚਾਹੁੰਦਾ ਸੀ। ਅਸਲ ਦੇ ਵਿੱਚ ਉਸਨੇ ਆਪਣੀ ਜੇਬ ਭਰਨ ਵਾਸਤੇ ਮੈਨੂੰ ਧਰਮ ਤੋਂ ਤੋੜ ਕੇ ਗੁੰਮਰਾਹ ਕਰ ਦਿੱਤਾ। ਮੈਂ ਕਾਜ਼ੀ ਦੇ ਕੋਲ ਗਿਆ, ਕਾਜ਼ੀ ਨੇ ਵੀ ਮੇਰੇ ਨਾਲ ਇਹੀ ਕੀਤਾ। ਭਾਵ ਗੁਰਬਾਣੀ ਦੇ ਬੋਲ ਸੀ ਨਾ ਜੀ, ਕਾਜ਼ੀ ਹੋਈ ਰਿਸ਼ਵਤੀ। ਉਹ ਰਿਸ਼ਵਤ ਲੈ ਕੇ ਫਤਵੇ ਜਾਰੀ ਕਰਦੇ ਸਨ ਤੇ ਜਦੋਂ ਰਿਸ਼ਵਤ ਲਈ ਉਹਨਾਂ ਨੂੰ ਧਰਮ ਨਾਲ ਤੋੜ ਦਿੱਤਾ। ਇਹ ਗੁਰਬਾਣੀ ਦਾ ਪਾਵਨ ਵਾਕ ਵੀ ਹੈ ਜੀ। ਮੈਂ ਗੱਲ ਆਪ ਜੀ ਦੇ ਨਾਲ ਸਾਂਝੀ ਕਰਾਂ। ਕਾਦੀ ਕੂੜ ਬੋਲ ਮਲ ਖਾਏ, ਬਾਮਣ ਨਾਵੇਂ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧੇ, ਤਿੰਨੇ ਉਜਾੜੇ ਕਾ ਬੰਦ। ਅਸਲ ਦੇ ਵਿੱਚ ਇੱਕ ਸਮਾਜਿਕ ਜੀਵ ਆਪਣੇ ਆਪ ਨੂੰ ਪਰਮਾਤਮਾ ਦੇ ਨਾਲ ਮਿਲਾਣਾ ਚਾਹੁੰਦਾ ਹੈ, ਪਰ ਹੋਇਆ ਕਿ ਉਹ ਕਾਜ਼ੀ ਦੇ ਕੋਲ ਜਾਏਗਾ, ਬ੍ਰਾਹਮਣ ਦੇ ਕੋਲ ਜਾਏਗਾ, ਗ੍ਰੰਥੀ ਸਿੰਘ ਦੇ ਕੋਲ ਜਾਏਗਾ, ਜਾਂ ਫਿਰ ਜੋਗ ਮਤ ਦਾ ਜਿਹੜਾ ਉਹਨਾਂ ਦਾ ਮੇਨ ਬੰਦਾ ਹੈ ਉਹਦੇ ਕੋਲ ਜਾਏਗਾ। ਪਰ ਪਾਤਸ਼ਾਹ ਜੀ ਕਹਿੰਦੇ ਇਹਦਾ ਦਾ ਹੋਆ ਨਹੀਂ। ਸਮਾਜ ਦੇ ਸਮਾਜਿਕ ਲੋਕ ਗੁਰੂ ਪਾਤਸ਼ਾਹ ਜੀ ਦੇ ਨਾਲ ਜੁੜਨਾ ਤੇ ਚਾਹੁੰਦੇ ਨੇ, ਪਰ ਉਸ ਨੂੰ ਆਪਣਾ ਢਿੱਡ ਭਰਨ ਵਾਸਤੇ ਸੰਗਤ ਨੂੰ ਗੁੰਮਰਾਹ ਕਰਕੇ ਅਸਲ ਦੇ ਵਿੱਚ ਤੋੜਿਆ ਜਾਂਦਾ। ਕਾਦੀ ਕੂੜ ਬੋਲ ਮਲ ਖਾਏ, ਕਾਦੀ ਝੂਠ ਬੋਲ ਕੇ ਆਪਣਾ ਢਿੱਡ ਭਰਿਆ। ਬਾਮਣ ਨਾਵੇਂ ਜੀਆਂ ਕਾਏ, ਉਹ ਵੀ ਆਪਣਾ ਢਿੱਡ ਭਰਿਆ। ਜੋਗੀ ਜੁਗਤ ਨਾ ਜਾਣੇ ਅੰਧ, ਉਹਦੀ ਤੇ ਗੱਲੀ ਛੱਡ ਦੋ। ਆਪਣੀ ਬੀਬੀ ਬੱਚੇ ਪਰਿਵਾਰ ਨੂੰ ਛੱਡ ਕੇ ਉਹ ਸੁਮੇਰ ਪਰਬਤ ਤੇ ਚੜ ਕੇ ਬੈਠ ਜਾਂਦਾ ਹੈ। ਹਜ਼ੂਰ ਜੀ ਕਹਿੰਦੇ ਤਿੰਨੇ ਉਜਾੜੇ ਕਾ ਬੰਦ। ਅਸਲ ਦੇ ਵਿੱਚ ਇਹ ਉਜਾੜੇ ਦੇ ਬੰਦ ਨੇ, ਇਹਨਾਂ ਤੋਂ ਆਸ ਨਹੀਂ ਲਾਇਆ ਜਾ ਸਕਦਾ। ਇਹੀ ਗੱਲ ਹੋਈ ਸਾਡੇ ਸਮਾਜ ਦੇ ਅੰਦਰ। ਕਿਤੇ ਨਾ ਕਿਤੇ ਜਿਹੜਾ ਇਨਸਾਨ ਰੱਬ ਦੇ ਨਾਲ ਜੁੜਨਾ ਚਾਹੁੰਦਾ ਹੈ ਤੇ ਉਸ ਨੂੰ ਰੱਬ ਦੇ ਰਾਸਤੇ ਤੋਂ ਗੁੰਮਰਾਹ ਕਰਕੇ ਆਪਣਾ ਢਿੱਡ ਭਰਿਆ ਜਾਂਦਾ ਹੈ ਜੀ। ਉਸ ਫਕੀਰ ਦੇ ਬੋਲ ਸੀ, ਮੈਂ ਬਾਹਮਣ ਦੇ ਕੋਲ ਗਿਆ, ਉਸ ਨੂੰ ਮੈਨੇ ਮੂਰਤੀ ਦੇ ਪੂਜਾ ਤੇ ਲਾ ਦਿੱਤਾ। ਮੈਂ ਕਾਜ਼ੀ ਦੇ ਕੋਲ ਗਿਆ, ਉਸਨੇ ਰਿਸ਼ਵਤ ਲੈ ਕੇ ਆਪਣਾ ਢਿੱਡ ਭਰਿਆ। ਤੇ ਮੈਂ ਜਦੋਂ ਜੋਗਮਤ ਦੇ ਬੰਦੇ ਦੇ ਕੋਲ ਗਿਆ, ਉਸਨੇ ਮੇਰੇ ਹੱਥ ਦੇ ਵਿੱਚ ਕਟੋਰਾ ਫੜਾ ਦਿੱਤਾ। ਮੈਂ ਜਦੋਂ ਭਿਕਸ਼ੂ ਦੇ ਕੋਲ ਗਿਆ, ਜਿਸ ਗੱਲ ਦੀ ਗਵਾਹੀ ਜਪਜੀ ਸਾਹਿਬ ਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੀ ਹੈ, ਮੁੰਦਾ ਸੰਤੋਖ ਸ਼ਰਮਪਤ ਝੋਲੀ, ਉਸਨੇ ਮੇਰੇ ਕੰਨ ਪਾੜ ਦਿੱਤੇ। ਕੰਨ ਦੇ ਵਿੱਚ ਵੱਡੇ ਵੱਡੇ ਮੁੰਦਰਾ ਪਾ ਕੇ ਕੁੰਡਲ ਪਾ ਦਿੱਤੇ ਤੇ ਮੇਰੇ ਹੱਥ ਦੇ ਵਿੱਚ ਇੱਕ ਭਿਕਸ਼ੂ ਮੰਗਣ ਵਾਲਾ ਇੱਕ ਕਟੋਰਾ ਜਾ ਫੜਾ ਦਿੱਤਾ, ਭਾਈ ਭਿੱਖ ਮੰਗ ਕੇ ਲਾ। ਪਾਓ ਮੈਨੂੰ ਰੱਬ ਅੱਜ ਤੱਕ ਨਹੀਂ ਮਿਲਿਆ। ਪਾਤਸ਼ਾਹ ਜੀ ਤੂੰ ਗੱਲ ਕੀਤੀ ਹੈ, ਚਾਹੀਦਾ ਕੀ ਹੈ? ਕਹਿਣ ਲੱਗੇ ਦੁਨੀਆ ਦੇ ਕੋਲ ਘੁੰਮਦੇ ਆ, ਕਿਤੇ ਵੀ ਟਿਕਾਣਾ ਨਾ ਮਿਲਿਆ। ਮੈਨੂੰ ਚਾਹੀਦਾ ਕੀ ਸੀ ਸੱਚੇ ਪਾਤਸ਼ਾਹ ਜੀ, ਹੋ ਤੇਰੇ ਦਰਸ਼ਨ ਦੀਦਾਰ ਕਰਦਿਆਂ ਹੀ ਤੂੰ ਫਕੀਰ ਤੋਂ ਅਮੀਰ ਬਣਾ ਦਿੱਤਾ, ਤੂੰ ਮੈਨੂੰ ਫਕੀਰ ਤੋਂ ਬਾਦਸ਼ਾਹ ਬਣਾਦਾ। ਹੁਣ ਮੈਨੂੰ ਚਾਹੀਦਾ ਕੀ ਹੈ? ਭਾਵ ਕਿ ਦਸ਼ਮੇਸ਼ ਪਿਤਾ ਜੀ ਦੇ ਕੋਲ 10 ਗੁਰੂ ਸਾਹਿਬਾਨ, ਉਹਨਾਂ ਦੀ ਸਿੱਖਿਆ ਅਤੇ ਉਹਨਾਂ ਨੂੰ ਗੁਰਬਾਣੀ ਪੜ੍ਹਦਿਆਂ ਹੋਇਆਂ ਇਨਸਾਨ ਜਦੋਂ ਸੱਚ ਤੇ ਪਹਿਰਾ ਦਿੰਦਾ ਹੈ, ਵਾਕਈ ਉਹ ਆਪਣੇ ਆਪ ਦੇ ਵਿੱਚ ਇੱਕ ਬਾਦਸ਼ਾਹ ਬਣ ਜਾਂਦਾ ਹੈ। ਪਾਤਸ਼ਾਹ ਜੀ ਦੇ ਇਹੀ ਬੋਲ ਸੀ ਕਿ ਸਾਰੇ ਲੋਕਾਂ ਨੂੰ ਛੱਡਦਿਆਂ ਹੋਇਆਂ, ਸਾਰੀ ਚੀਜ਼ਾਂ ਨੂੰ ਛੱਡਦਿਆਂ ਹੋਇਆਂ ਮੈਂ ਤੇਰੇ ਕੋਲ ਆ ਗਿਆ ਤੇ ਤੂੰ ਮੈਨੂੰ ਇੱਕ ਬਾਦਸ਼ਾਹ ਦਾ ਦਰਜਾ ਦੇ ਦਿੱਤਾ। ਪਾਤਸ਼ਾਹ ਜੀ ਮੈਨੂੰ ਚਾਹੀਦਾ ਕੀ ਹੈ? ਭਾਵ ਕਿ ਉਹ ਪਰਮਾਤਮਾ ਆਪਣੇ ਸੇਵਕਾਂ ਦੀ ਰੱਖਿਆ ਆਪ ਕਰਦਾ ਹੈ। ਤੂੰ ਸੰਤਾਂ ਕਾ ਸੰਤ ਤੇਰੇ, तेरे सेवक को भव किश नाही, जम नहीं आवे नेरे। असल दे विच जिहड़ा जमा दा दंड है ਉਹ ਉਸ ਇਨਸਾਨ ਦੇ ਨੇੜੇ ਵੀ ਨਹੀਂ ਭਟਕਦਾ, ਕਿਉਂਕਿ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਸੰਗਤ ਹੈ ਉਹ ਹਮੇਸ਼ਾ ਪਾਤਸ਼ਾਹ ਜੀ ਦੀ ਭਗਤੀ ਕਰਦਾ ਹੈ। ਭਾਈ ਗੁਰਦਾਸ ਜੀ ਦੇ ਬੜੇ ਸੋਹਣੇ ਬੋਲ ਹੈ ਜੀ ਆਪਣੀ ਗੁਰਬਾਣੀ ਦੇ ਅੰਦਰ। ਜਦੋਂ ਉਹਨਾਂ ਦੀ ਵਾਰਾਂ ਪੜ੍ਹੀਏ, ਉਹਨਾਂ ਦੇ ਕਵਿਤ ਪੜ੍ਹੀਏ, ਭਾਈ ਗੁਰਦਾਸ ਜੀ 3 ਉਦਾਹਰਣ ਦੇਣ ਤੋਂ ਬਾਅਦ ਇਸ ਇਨਸਾਨ ਨੂੰ ਕੁਝ ਸਮਝਾਉਣ ਦਾ ਯਤਨ ਕਰਦੇ ਨੇ। ਉਹਨਾਂ ਜ਼ਿਆਦਾ ਪਾਵਨ ਵਾਕ ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੀ। ਉਦਾਹਰਣ ਦਿੱਤਾ ਭਾਈ ਗੁਰਦਾਸ ਜੀ ਨੇ ਇੱਕ ਕਾਗਜ਼ ਦੇ ਟੁਕੜੇ ਦਾ। ਉਦਾਹਰਣ ਬੜਾ ਬਾਕਮਾਲ ਹੈ ਜੀ। ਕਹਿਣ ਲੱਗੇ ਜੇਕਰ ਇੱਕ ਕਾਗਜ਼ ਦੇ ਟੁਕੜੇ ਤੇ ਪਾਣੀ ਦੀ ਬੂੰਦ ਪੈ ਜਾਵੇ ਤੇ ਉਹ ਕਾਗਜ਼ ਦਾ ਟੁਕੜਾ ਅਸਲ ਦੇ ਵਿੱਚ ਗਲ ਜਾਂਦਾ ਹੈ, ਖਰਾਬ ਹੋ ਜਾਂਦਾ ਹੈ। ਪਰ ਨਾਲ ਹੀ ਕਹਿੰਦੇ ਜੇਕਰ ਉਸ ਕਾਗਜ਼ ਦੇ ਟੁਕੜੇ ਦੇ ਉੱਤੇ ਘਿਓ ਲਾ ਦਿੱਤਾ ਜਾਵੇ ਤੇ ਜੇਕਰ ਘਿਓ ਦੇ ਟੁਕੜੇ ਤੇ ਉੱਤੇ ਜਿਹੜਾ ਉਹ ਕਾਗਜ਼ ਦਾ ਟੁਕੜਾ ਹੈ ਘਿਓ ਲਾਇਆ, ਉੱਤੇ ਪਾਣੀ ਪਾਵਾਂਗੇ, ਉਹ ਕਾਗਜ਼ ਦਾ ਟੁਕੜਾ ਛੇਤੀ ਜੀ ਗਲਦਾ ਨਹੀਂ, ਜੇ ਖਰਾਬ ਨਹੀਂ ਹੁੰਦਾ। ਇਹ ਸੀ ਜੀ ਪਹਿਲੀ ਉਦਾਹਰਣ।
उदाहरण दा लास्ट वेखियो, अंत वेखियो किन्ना कमाल दा है जी। पातशाह जी ने गल कीती है, तू संतां का संत तेरे। आओ जदों तक बंदा तेरे नाल जुड़िया उदों तक कोई आंच नहीं आ सकती, ओदा सुरक्षा कवच तू आप है। कागज दा टुकड़े दे उत्ते पानी पावांगे गल जाएगा, पर जेकर कागज दे उत्ते एक सेफ्टी, एक घ्यो दा लेप चाड़ दिता, उत्ते पानी पावांगे ते कागज दा छेती जी कुछ बिगड़दा नहीं। जैसे किरतास गरजात जल बूंद परी, किरत संबंध जल मद सावधान है। दूजी उदाहरण दिते उन्हां दे रूह दी। ਉਹ ਕਹਿਣ ਲੱਗੇ ਇੱਕ ਕਮਰੇ ਦੇ ਵਿੱਚ ਬਹੁਤ ਵੱਡੀ ਰੂਹ ਇਕੱਤਰ ਕੀਤੀ ਹੋਈ ਹੈ। ਜੇਕਰ ਇੱਕ ਛੋਟੀ ਜੀ ਅੱਗ ਦੀ ਚਿੰਗਾਰੀ ਰੂਹ ਨੂੰ ਲੱਗ ਜਾਵੇ ਤੇ ਫਿਰ ਉਹ ਜਿਹੜਾ ਰੂਹ ਹੈ ਸਾਰੀ ਦੁਨੀਆ ਨੂੰ ਵੀ ਸਾੜ ਕੇ ਤਬਾਹ ਕਰ ਸਕਦਾ ਹੈ, ਕਿਉਂਕਿ ਰੂਹ ਦੀ ਅੱਗ ਕਿੱਦਾਂ ਦੀ ਹੁੰਦੀ ਹੈ ਸੰਗਤ ਜੀ ਆਪ ਜੀ ਨੂੰ ਪਤਾ ਹੈ। ਨਾ ਤੇ ਛੇਤੀ ਜੀ ਉਹ ਬੁਝਦੀ ਹੈ ਤੇ ਅੰਦਰੋਂ ਹੀ ਅੰਦਰੋਂ ਸਾਰਾ ਕੁਝ ਸਾੜ ਕੇ ਸਵਾਹ ਵੀ ਕਰ ਦਿੰਦੀ ਹੈ। ਇਹੀ ਗੱਲ ਸੀ ਕਹਿੰਦੇ ਨੇ ਭਾਈ ਸਤੀਦਾਸ ਦੇ ਉੱਤੇ ਰੂਹ ਲਪੇਟ ਕੇ ਉਹਨਾਂ ਨੂੰ ਅੱਗ ਲਾਈ ਜਾਂਦੀ ਹੈ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਭਾਵ ਰੂਹ ਦੀ ਅੱਗ ਬੜੀ ਖਤਰਨਾਕ ਹੁੰਦੀ ਹੈ। ਇਹ ਉਦਾਹਰਣ ਭਾਈ ਗੁਰਦਾਸ ਜੀ ਨੇ ਵਰਤਿਆ ਤੇ ਕਹਿਣ ਲੱਗੇ ਜੈਸੇ ਕੋਟ ਭਾਰ ਤੂਲ ਤਨਕ ਚਰੰਗ ਜ਼ਰੈ ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। आओ रूह दा बहुत वड्डा ढेर है। रूह नूं एक अग दी चिंगारी दी लोड़ है। जिस कमरे दे विच रूह इकत्तर है उस कमरे नूं कालक कर देवेगी। पर कनाल ही कहंदे जेकर एक रूह दी बत्ती बनाई जावे ओदे ते तेल घिओ पाया जावे ते असल दे विच जेकर कमरे दे विच हनेरा होवे ते कमरे दे अंदर रोशनी भी प्रदान करदी है। दोवें गल किन्नी बाकमाल है। रूह कल्ला सी, असल दे विच उसने सारी दुनिया नूं साड़ के सुआह कर दिता, पर जदों रूह दी बत्ती बना के घिओ पाया गया तेल पाया गया ते उसी घर दे विच रोशनी दा भी काम कीता। तीजी उदाहरण एक होर वरती भाई गुरदास जी ने लकड़ी दी अते लोहे दी। जैसे लोहो बूढ़ जात सगल में डारत ही। वो कहन लगे एक पासे लोहा तुसी पानी दे विच रख देओगे ते पानी लोहे नूं अपनी ओर आकर्षित कर लैंदा है, खिंच लैंदा है। पानी दे अंदर इन्नी को ताकत है कि लोहा उस दे विच डुब जांदा है। तुसी लोहे दी एक किल लियो ते उस नूं भरी बाल्टी दे विच रखोगे ते ओ लोहा असल दे विच डुब जाएगा। पर कहन लगे लोहा भी पानी दे विच तैर सकदा है। की कीता? कहंदे लकड़ दा एक टुकड़ा लियो, उस लकड़ दे टुकड़े नूं लोहे दे नाल चिपका दिओ, लकड़ पानी दे विच तैर जांदी है ते उस लोहे दा भी पार उतारा कर लैंदी है। तुसीं वेखिया होएगी जी जदों झील दे अंदर समुंदर दे अंदर जां तालाब दे अंदर नाव हुंदी है, बोट हुंदी है, असीं उस दे विच बैठ के उस दी सैर करके आउंदे हां। लकड़ दे नाल किल्लां भी लगियां रहिंदियां ने, लोहे दी पत्ती दी लगी रहिंदी है। जेकर लोहा कल्ला है उसनूं पानी दे विच रखिया जाएगा डुब जाएगा, ते जेकर दूजे पासे लकड़ी दे नाल उहदी सेफ्टी बन जाएगी ते फिर लोहा भी पानी दे विच तैरन लगदा। इन्हां तीन उदाहरण तो बाद गरीब निवास सच्चे पातशाह जी कहंदे रूह कल्ला सी सड़ गया, बत्ती दे विच रूप दे विच दीवे दे विच आया ते घर दे विच चानण होई। लोहा कल्ला सी डुब गया, लकड़ दे नाल दोस्ती कीती पानी दे विच तैर गया। पहली उदाहरण दे विच कहंदे कागज कल्ला सी गल गया, जदों घिओ दे नाल दोस्ती कीती ते ओ भी गलदा नहीं। फिर कहंदे जैसे जमकाल बेयाल सगल संसार गरासै सतगुर भेटत ही दासन दसान है। इसी तरह जिहड़ा दुष्टां दा दुष्ट है, अहंकार है, ये जमदूत है, ये इंसान नूं गाल के रख दिंदा है, खराब कर दिंदा है। इंसान तू कल्ला है, इस समुंदर दे विच डुब जाएगा, अग दे भरे हुए इस दुनिया दे विच सड़ के सुआह हो जाएगा, इस मेले दे दुनिया दे विच गवाच जाएगा भाई। पर जेकर तेरे नाल तेरा गुरु होवे, तेरी सेफ्टी, तेरा सुरक्षा कवच गरीब निवास सच्चे पातशाह जी आप तेरे नाल होना, फिर दुष्ट जेड़ा तेनों मारन वास्ते आउंदा है, असल दे विच जदों रब दे दीदार हुंदे ने ओ भी दासां दा दास बन के रह जांदा। गल कीती सी सगल द्वार को छाड़ के गयो तुहारो द्वार।
बहा गहे की लाज अस गोबिंद दास तुहार। एक गरीब निवास सच्चे पातशाह जी दे बोल ने, तू संता का संत तेरे, तेरे सेवक को भौ किश नाही, जम नहीं आवे नेरे। असल दे विच जम भी उस इंसान दा कुछ भी नहीं बिगाड़ सकते जिस दे नाल गरीब निवास सच्चे पातशाह जी दा ओट आसरा है। पातशाह जी दे बोल सी ना कि मेरे अंदर ज्ञान नहीं है, मैं ते करोड़ पाप दे नाल घिरिया होया हां। सच्चा पातशाह जी कोट पराध हमारे खंडों, अनेक विधि समझावो हम अज्ञान। अलप मत थोरी तुम आपन बिरद रखावो, तुमरी शरण तुम्हारी आशा, तुम ही सजन सुहेले। राखो राखन हार दयाला, नानक करके गोले। मैं करोड़ा पाप दे नाल घिरिया होया हां पातशाह जी, मेरे ते कृपा कर। मैं तेरी गुरबानी नूं पढ़ के अपनी इस जिंदगी दा उद्धार करना चाहता हूं। मैं पहले शुरुआत दे विच शब्द दी विचार तो पहला आप जी दे नाल गल सांझी कीती सी राहों दी बंदी, क्योंकि सब तो पहला जदों शब्द दी विचार होएगी राहों दे बंद दी होएगी जी, क्योंकि राहों दे विच मेन तत्त छुपिया हुंदा है। गुरबाणी दे अंदर ध्रुव, प्रहलाद, द्रौपदी, दुशासन, इन्हां अनेक देवी देवते दे नाम आए ने ते कसी करदे कियां शब्द दो विचार छड़ के असल दे विच तू, प्रहलाद, द्रौपदी, कृष्ण, राम इन्हां दे अर्थां दे विच फस जांदे आ। पर जिहड़ा राहों दा बंद होएगा वो आप जी नूं सही दिशा दिखाएगा कि भाई सही गल ये है, जिहड़ी राहों दे आले दुआले पंक्ति है वो इस शब्द दी पंक्ति दे नाल मिला के वेखो गल स्पष्ट हो जाएगी। मैं एक गुरवाक, एक पातशाह जी दे पावन बोल है, मैं आप जी दे नाल जरूर साझा करांगा जी, गल स्पष्ट हो जाएगी। उस शब्द दे अंदर पातशाह जी ने अनेक देवी देवते दे नाम वरते ने ते उस तो बाद अखिरले दे विच जिहड़ी गल समझाई है वो बड़ी बाकमाल है। भगत नामदेव जी दे पावन बोल, गहरी करके नींव खुदाई, ऊपर मंडप छाए, मार कंडे ते को अधिकाई, जिन तिरण तरे मुंड बलाए। ये भगत नामदेव जी दे पावन बोल हन। जदों इन्हां बोलां नूं पढ़दे आ ते पूरे शब्द दे अंदर सनातन धर्म दे देवी देवतियां दी गल कीती है। वो कहन लगे हमरो करता राम स्नेही। हुण गल पढ़ियो ये है जी राहों दा बंद जिहड़ा मैं आप जी दे नाल पढ़िया, केड़ा जी? वो कहन लगे हमरो करता राम स्नेही, जेड़ा मेरा करता है, जेड़ा मेरा राम है, वो केवल ते केवल मैं ओदा भगत बनया ते मेरी रखिया करदा, मैं ओदा ओट आसरा लेंदा होया दुनिया दे विच विचर रहा। काहे ने नरे गर्भ करत है, गर्भ करत हो बिन सजाए झूठी दे। असल दे विच जिस शरीर ते तू गुमान करता है, जिस शरीर ते तू अहंकार करके बैठिया है, ये जिहड़ी देही है ना इस दुनिया दे विच सदी भी नहीं है। ये है जी मेन राहों दा बंद। असल दे विच समझाया की है, भाव रब दी बंदगी करया कर, नहीं ते ये शरीर सदी भी इस दुनिया दे विच नहीं है। गल कहण तो गुरेज नहीं। पातशाह जी दी प्यारी साध संगत जीओ, दुनिया दे विच ये महामारी बहुत भयंकर बीमारी चल रही है। तुसी वेखिया होएगा आप जी नूं सुनन नूं मिलदा है, घर वाला इंसान अपने भरा नूं पहचानण तो इनकार कर रहा है कि भाई इस नूं ले जाओ, इसका संस्कार कर दिओ। जेकर घर दे विच किसी शरीरक जीव नूं ये बीमारी फैली ते घर वाले ओदा साथ छड़ रहे ने। चलो भरा दी गल होर है, पिता दी गल होर है। हालांकि जेड़ी पत्नी ने 4 लावां लित्तियां ने, वो पत्नी भी इस समाज नूं कह रही है कि इस नूं ले जाओ, इस बीमारी तो असी बचना चाहते हैं, क्योंकि मौत तो हर एक इंसान नूं डर लगता है। ये गल हकीकत है गुरु दी प्यारी साध संगत जीओ। मौत लफज एक इन्ना भयंकर लफज है कि इस तो सारी दुनिया डरदी है। जिस माता ने एक बच्चे नूं 9 महीने गर्भ दे विच रखिया ते असल दे विच ओ मां भी अपने बच्चे नूं देखण तो इनकार कर रही है। गुरबाणी दे पावन बोल सच हो गए ने, अंत संग काहू नहीं दिना। भाव जदों गुरबाणी दे बोल से काडो काडो होई,
कर की नार बहुत है। जदों गरीब निवास सच्चे पातशाह जी दा हुक्म सी भाई सारे ये कहणगे इसनूं छेती तो छेती लैके जाओ। ये बोल वाकई सच हो रहे ने। भावें पत्नी ने 4 लावां लिया ने, उसने आनंद कारज कराया, भावें माता ने 9 महीने गर्भ दे विच रखिया, पर मौत तो डर लगदा है। वो भी कहंदे अपनी इस लाश दा चेहरा असी नहीं देखांगे, तुसी छेती तो छेती लेके जाओ, इहदा संस्कार कर दो। मौत बहुत ताकतवर है। ताही ते भगत कबीर जी दे बोल पढ़िए या फिर गुरु पातशाह जी दी गुरबाणी नूं पढ़िए। आ जाने कि मरेंगे कैसा मरना होए, जेकर साही मनो न विसरा तां सहला मरना होए। उन्हां ने साफ साफ लफ्जां दे विच आखिया बंदे बंदगी करया कर, कदों मौत आ जाएगी इहदा पता नहीं। एक गरीब इंसान सवेर दा निकलिया होया शाम तक घर वापस आउंदा है ते तां जाके ओहदे घर दे विच चुल्हा बलदा है जी। एक माता दहलीज तो दूर निगाह करके वेखदी है पुत सवेर तो लेके आसी हले वापस नहीं आया। बच्चे बैठे ने, पत्नी बैठी है, माता बैठी है। माता दहलीज ते खड़े होके देखदी है पुत्र दी लाश 4 मुड्डियां ते तुरी आउंदी है। अखां दे विच हंधरू आ जांदे ने। देखदी है माता पुता दिहाड़ी करन गया सी ते आया 4 मुड्डियां दे विच। असल दी विच मौत बहुत खतरनाक है। गरीब निवास सच्चे पातशाह जी दे आगे अरदास करिए। यही बोल आखी हजूर ने। उत्थे भगत नामदेव जी कहन लगे तू मेरा रखवाला है, पर पता है इंसान नू सदीवी शरीर इस दुनिया दे विच नहीं रह सकदा। वो कहन लगे काहे ने नर गर्भ करत हो। गर्भ दा अर्थ है जी अहंकार। हूं मैं किस शरीर ते कर रहा। इत्थे ते राजे महाराजे आए, ओ चले गए बिन सजाए। झूठी देही ये झूठी है भाई, सदी भी नहीं रहेगी, इस समाज तो चली जाएगी। ऐसी जी राहों दावत। हुण गल करो अगले बंदी। वो कहन लगे मेरी मेरी कैरों करते दुर्योधन से भाई। दुर्योधन दी गल कीती जी उन्होंने। वो कहन लगे जी कि असी ते बहुत वड्डे हाँ ते समाज दे विच साडा कोई भी इंसान कख भी नहीं बिगाड़ सकदा। असल दे विच ओ भी मारे गए ने। जेकर पांडव दी गल करिए ओ भी मारे गए, कौरव 100 भरा सी ओ भी मारे गए ने। बाहर जोजन छत्र चले था देही गिरजन थाई, सर्ब सोयन की लंका होती रावण से अधिकाई। सोने दी लंका दे उत्ते रावण राज करदा सी। अज भी उस लंका दा पता नहीं असल दे विच ओ लंका गई किथे वे। भाव उस सारी गल शब्द दे अंदर इस करके समझा दे इंसान अपने जेड़े श्वास ने उन्हां श्वासां दे नाल रब दा दीदार करया कर, रब दा दर्शन करया कर, रब दी नाम भगती करया कर। गल थोड़ी जी करना चाहांगे जी दसवंध दे विचों। जदों असी दसवंध दी गल करदे हां, क्योंकि मन बड़ा बेईमान है जी, सोचदा है मेरे कोल ए भी होवे ते ओ भी होवे। गरीब निवास सच्चे पातशाह जी दा हुक्म है सिखा अपनी जिंदगी दे विचों दसवंध जरूर कढ़िया कर। पर समाज दे अंदर हैरानी होती है जी, असी श्वास दे भी असी नाम सिमरन दा भगती करन दा दसवंध भी कर लिया। हालांकि ये गल ठीक नहीं है। जदों गुरबाणी नूं पढ़दे हां, गुरबाणी नूं आराधदे हां, गुरबाणी ते ये कहंदी है 8 पहर आराधी है पूर्ण सतगुर ज्ञान। उस पातशाह जी दे 8 पैर ज्ञान नूं गाया कर, अपनी सुरत उस राम दी भगती दे विच जोड़िया कर। उठदियां बैठदियां उस पातशाह जी दे नाम नूं आराध्या कर। भाव ये दसिया गया 24 घंटे दे विचों दसवंध जेकर कड़िए लगभग 2.5 घंटे बनते ने ते ये प्रचारिया जाता है 2.5 घंटे तू भाई प्यार दे नाल उस सिमरन करया कर। हालांकि ये गल कुछ हद तक ठीक है कि जेड़ा बंदा पातशाह जी दे नाम नूं बिल्कुल आराधदा नहीं, वो घट तो घट ते 2.5 घंटे तक ते आराधेगा ही सही। चलो ये गल भी सही हो गई, पर गल आई दसवंध दी। मन बड़ा बेईमान है जी। जेकर इसनूं प्यार दे नाल वाजना होवे, ए दोस्ती ते आ जावे ते अपनी जान भी दे देंदा है। पर जेकर बेईमानी करे ना ते फिर ए अपनियां दी जान भी ले लेंदा है। गुरबाणी दा प्यार है ए मन प्यारिया तू सदा सच संभाले,
पर जदों नाल ही पौड़ी पढ़ते हैं वो कहन लगे ए मन चंचला चतुराई किने ना पाया। चतुराइयां दे नाल चलाकियां दे नाल असल दे विच उस परमात्मा नूं हासिल नहीं किया जा सकता। भाई अपनी नेक कमाई दे विच दसवंध कढ़ की लैके जाएगा इस दुनिया दे विचों, क्योंकि जदों तेरी रखवाली उस रब ने कीती है ते उस रब वास्ते भाव गरीब वास्ते तू दसवंध जरूर कढ़िया कर। असी कहंदे हां ना जी गरीब दी जेड़ा गुरु दी गोलक है वो गरीब दा मुंह है, ते जदों घर दे विच तू छोटी जी गोलक रखेगा ताही ते तू गरीब नूं दान देगा ना। पर जेकर तू घर दे विच छोटी जी गोलक नहीं रखी फिर तू दान भी नहीं दे सकदा। ए बोल गुरुद्वारे दे विच ही नहीं लगू होंदे कि ए गोलक गुरु पातशाह जी दी गरीब नूं वंडदी है। ए बोल हर एक बंदे ते अपने अपने घर दे विच लागू होंदे ने। ते एक गल होर है जी, जेकर नहीं कढांगे ते सच्चे पातशाह जी आप कढ़ाना भी जानते ने। तुसी हालांकि गल अजमा के वेख लेना, जेकर अज तो तुसी दसवंध कढ़ना शुरू करो, ए किते ना किते जेड़ा पैसा असी डॉक्टर नूं देंदे हां, किते ना किते एक्सीडेंट दे विच ओ पैसा देंदे हां, ओ किते ना किते ओ पैसा साडे समाज दे अंदर इसी तरह समाज दे विच विचर के रह जांदा है। ओ गरीब निवास सच्चे पातशाह जी दा हुक्म है, ओ गुरबाणी दे बोल ने कि भाई अपनी जिंदगी दे अंदर दसवंध कढ़िया जरूर करया कर भाई। पर मन बड़ा बेईमान है जी, 10 रुपए दे विचों रुपया जरूर कढ़ेगा, 100 दे विचों 10 जरूर कढ़ेगा, 1000 दे विचों 100 जरूर कढ़ेगा ते 10,000 दे विच 10 भी कढ़ेगा। लख दे विच जदों 10,000 दी गल आ जाएगी इंसान दा मन बेईमान बन जाता है। जेड़ा पैसा असी बाहरली तौर ते बीमारियां दे विच डॉक्टर दे कोल किते ना किते दिंदे हां, एक वारी पातशाह जी दे हुक्म नूं नसमस्तक होके मनीए ते अपनी नेक कमाई दे विचों दशवंध कढ़ना जरूर समझिए जी। गरीब निवास सच्चे पातशाह जी दा हुक्म है तां करदे हां। जिसके सिर ऊपर तू स्वामी, सो दुख कैसा पावे, बोल ना जाने माया मदमाता, मरना चेत ना आवे। गल आगी जी रखिया दी भाव गरीब निवास सच्चे पातशाह जी जिस इंसान ते मेहर भरिया हथ रख देंदे ने, इस दुनिया दे अंदर कोई भी ताकत ओदा कख नहीं बिगाड़ सकती। हुण एदा गल ए नहीं कि भाव श्री गुरु ग्रंथ साहिब जी दे स्वरूप नूं जिसने सर ते चक्किया ते ओदे ते कृपा हो जाएगी। कई बाबे हैं ना दुनिया दे अंदर, पूछिया सवाल कि बाबा जी कृपा नहीं होई ते कृपा किवें होएगी? सवाल दा जवाब आया गुरु ग्रंथ साहिब जी दा स्वरूप कब सर पर उठाया था? बहुत दिन हो गए बाबा जी, स्वरूप सर पर रखो कृपा आनी शुरू हो जाएगी। नाम तुसी बाबे दा अपने आप जानदे हो जी। हालांकि साडे समाज दे अंदर ते समोसियां दे नाल चटनी हरी सी जां लाल सी, एदे नाल भी कृपा बड़ी आंदी जा जी। बाबे दा नाम तुसी आप जानदे हो। पर पातशाह जी कहंदे जिसके सिर ऊपर तू स्वामी, जदों तेरे सर ते उत्ते कृपा होएगी उदों तेरी जिंदगी दे अंदर दुखां दा खात्मा हो जाएगा। जी पातशाह जी दा बात सगल पै लाथे, दुख बिन से सुख पाया। प्रभ दी शरण दे विच आण तो बगैर तेरे ते कृपा नहीं होएगी। प्रभ की शरण सगल पै लाथे, दुख बिन से सुख पाया। भाव दुखां दा खात्मा करदियां होया सुख भी आ सकदे ने, पर कदों? जिदन कृपा होएगी। पर कृपा किदन होएगी? जिदन तू कर्म चंगे करेगा। पर कर्म ते मेरे चंगे है नहीं। 12 महा मांझ महला 5वां गुरु अर्जुन पातशाह जी दी पावन बोली, किरत कर्म के विछड़े कर कृपा मेलो राम। पातशाह जी असी कर्मा करके तेरे नाल विछड़े होए हां, सानू कोई रास्ता दस ताकि असी तेरे नाल जुड़ सके। किरत कर्म के विछड़े कर कृपा मेलो राम, 4 कुंट दह दिस परमेओ थक आए प्रभ की शाम। चारे दिशावां दे अंदर मैं घूम के आ गया, आखिर टिकिया किथे? गुरु दरबार ते। ये गल साडे ते भी लागू होंदी है जी। साडे लफज मैं तां वरतिया क्योंकि मैं भी तुहाडे वांग ही मेरी भी गल विचे चल रही है। इंसान पहला किते ना किते सारी दुनिया दे अंदर चाहत मारदा है, उस तो बाद जदों ओदा कोई फायदा नहीं होंदा, उसनों कोई रास्ता नहीं मिलता, फिर किते ना किते लास्ट दे अंदर आखिर दे अंदर उसनों पातशाह जी याद आउंदे ने।
पर जेकर दुनिया नूं छड्डिया होया ਉਹ ਇਨਸਾਨ ਉਸ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪਹਿਲੇ ਹੀ ਪਿਆਰ ਕਰ ਲੇ ਤੇ ਗੱਲ ਕਿਤੇ ਨਾ ਕਿਤੇ ਲਿਖੇ ਲੈ ਸਕਦੀ ਹੈ। ਉਹ ਕਹਿਣ ਲੱਗੇ ਚਾਰ ਕੁੰਡ ਦੇ ਦਿਸ ਭਰਮਿਓ ਥਕ ਆਏ ਪਰਮ ਕੀ ਸ਼ਾਮ, ਥਕ ਜਾਂਦਾ ਹੈ, ਟੁੱਟ ਜਾਂਦਾ ਹੈ। ਉਸ ਤੋਂ ਬਾਅਦ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਜਾਂਦੀ ਹੈ। ਇੱਥੋਂ ਤੱਕ ਧੇਨ ਦੀ ਗੱਲ ਕੀਤੀ, ਧੇਨਦਾਰ ਤੇ ਗਾਂ, ਜੇਕਰ ਗਾਂ ਦੁੱਧ ਨਾ ਦੇਵੇ ਤੇ ਕਿਸਾਨ ਵੀ ਸੋਚਦਾ ਹੈ ਜੀ ਵੇਲੀ ਨੂੰ ਪੱਠੇ ਪਾਣੇ ਨੇ, ਇਸ ਨੂੰ ਵੇਚ ਦਿੰਦੇ ਆ। ਤੇਨ ਦੁੱਧੈ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਅਸਲ ਦੇ ਵਿੱਚ ਇੱਕ ਦਰਖਤ, ਇੱਕ ਫੁੱਲ ਦਾ ਬੂਟਾ ਵੀ ਪਾਣੀ ਤੋਂ ਬਿਨਾਂ ਸੁੱਕ ਜਾਂਦਾ ਹੈ। ਇਸ ਬੂਟੇ ਦੇ ਅੰਦਰ, ਇਸ ਸਰੀਰ ਦੇ ਅੰਦਰ ਤੂੰ ਪਾਣੀ ਨਹੀਂ ਪਾਇਆ, ਉਸ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਰੋਸ਼ਨੀ ਚਾਨਣ ਦੇ ਵਿੱਚ ਨਹੀਂ ਗਿਆ ਤੇ ਭਾਈ ਇਹ ਵੀ ਬੂਟਾ ਇੱਕ ਨਾ ਇੱਕ ਦਿਨ ਜ਼ਰੂਰ ਸੁੱਕ ਜਾਏਗਾ। ਚੰਗਾ ਹੋਏਗਾ ਕਰਮ ਚੰਗੇ ਬਣਾ ਭਾਈ, ਕਿਉਂਕਿ ਕਰਮਾ ਕਰਕੇ ਤੂੰ ਰੱਬ ਦੇ ਨੇੜੇ ਤੇ ਕਰਮਾ ਕਰਕੇ ਹੀ ਤੂੰ ਉਸ ਪਾਤਸ਼ਾਹ ਜੀ ਤੋਂ ਦੂਰ ਚਲਾ ਜਾਂਦਾ ਹੈ। ਜਦੋਂ ਸ਼ਲੋਕ ਪੜ੍ਹਦੇ ਆ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸ਼ੁਰੂਆਤ ਹੈ ਜੀ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ, ਖਿਲੇ ਸਗਲ ਜਗਤ। ਚੰਗਿਆਈਆਂ ਬੁਰੀਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ। ਕੀ ਲਫ਼ਜ਼ ਵਰਤਿਆ ਪਾਤਸ਼ਾਹ ਜੀ ਨੇ? ਕਰਮਾਂ ਦੀ ਗੱਲ ਕੀਤੀ ਹੈ। ਇਹ ਇਨਸਾਨ ਦੀ ਆਪੋ ਆਪਣੀ ਕਰਮੀ ਹੈ, ਕੇ ਨੇੜੇ ਕੇ ਦੂਰ। ਜਦੋਂ ਇਨਸਾਨ ਦੇ ਕਰਮ ਚੰਗੇ ਹੋਣਗੇ ਉਦੋਂ ਰੱਬ ਦੇ ਨੇੜੇ ਹੋ ਜਾਂਦਾ ਹੈ, ਕੇ ਦੂਰ। ਤੇ ਜਦੋਂ ਕਰਮ ਭੈੜੇ ਹੋਣਗੇ ਤੇ ਰੱਬ ਤੋਂ ਕੋਹਾਂ ਦੂਰ ਤੇ ਬੈਠ ਜਾਂਦਾ ਹੈ। ਇਨਸਾਨ ਕਰਮ ਚੰਗੇ ਬਣਾ ਲੇ, ਕਿਰਪਾ ਆਪਣੇ ਆਪ ਹੋ ਜਾਏਗੀ। ਭਾਵ ਜਦੋਂ ਸਵੇਰ ਸੂਰਜ ਨਿਕਲਦਾ ਹੈ ਉਹਦੇ ਮਾਈਂਡ ਦੇ ਅੰਦਰ ਜਾਂ ਉਹ ਨਹੀਂ ਸੋਚਦਾ ਫਲਾਣੇ ਬੰਦੇ ਨੂੰ ਰੋਸ਼ਨੀ ਦੇਣੀ ਹੈ ਤੇ ਫਲਾਣੇ ਨੂੰ ਨਹੀਂ ਦੇਣੀ। ਇਹ ਗੱਲ ਹਕੀਕਤ ਹੈ ਜੀ। ਐਗਜ਼ਾਮਪਲ ਦੇ ਤੌਰ ਤੇ, ਉਦਾਹਰਣ ਦੇ ਤੌਰ ਤੇ, ਜੇਕਰ ਸੂਰਜ ਨੂੰ ਅਹੰਕਾਰ ਆ ਜਾਵੇ ਇਸ ਅਮੀਰ ਨੂੰ ਅੱਜ ਰੋਸ਼ਨੀ ਦੇਣੀ ਹੈ ਤੇ ਗਰੀਬ ਨੂੰ ਨਹੀਂ ਦੇਣੀ, ਜੇਕਰ ਵਿਤਕਰਾ ਕਰਨ ਲੱਗੇ ਫਿਰ ਗੱਲ ਬਹੁਤ ਅਜੀਬ ਜੀ ਹੋ ਜਾਏਗੀ। ਤੇ ਸਾਨੂੰ ਐ ਲੱਗਦਾ ਹੈ ਰੱਬ ਸਾਡੇ ਨਾਲ ਨਾ ਇਨਸਾਫੀ ਕਰਦਾ ਹੈ, ਰੱਬ ਮੇਰਾ ਸਾਥ ਨਹੀਂ ਦਿੰਦਾ ਤੇ ਫਲਾਣੇ ਦੇ ਇੰਨਾ ਅਤਿਆਚਾਰ ਕਰਦਾ, ਇੰਨਾ ਕੁਝ ਕਰਦਾ ਹੈ, ਉਹ ਕੋਠੀਆਂ ਤੇ ਘੁੰਮਦਾ ਹੈ, ਕਾਰਾਂ ਤੇ ਘੁੰਮਦਾ ਹੈ, ਪਰ ਮੇਰੇ ਤੇ ਕਿਰਪਾ ਆਣੀ ਸ਼ੁਰੂ ਨਹੀਂ ਹੋਈ। ਇਹ ਗੱਲ ਸਰਾਸਰ ਝੂਠ ਹੈ ਜੀ। ਸੂਰਜ ਜਦੋਂ ਵੀ ਨਿਕਲਦਾ ਹੈ ਸਭ ਇਨਸਾਨ ਵਾਸਤੇ ਇੱਕ ਸਮਾਨ ਹੈ। ਭਾਵੇਂ ਉਹ ਕੈਨੇਡਾ ਦੀ ਗੱਲ ਹੈ, ਭਾਰਤ ਦੀ ਗੱਲ ਹੈ, ਨਿਊਜ਼ੀਲੈਂਡ ਦੀ ਗੱਲ ਹੈ, ਪਾਕਿਸਤਾਨ ਦੀ ਗੱਲ ਹੈ, ਹਰ ਇੱਕ ਬੰਦੇ ਤੇ ਰੋਸ਼ਨੀ ਆਏਗੀ। पर जेकर इंसान कमरे तो बाहर ही ना निकले, वो दरवाजा बंद करके रखे, बूहे बारियां अपनियां बंद करके रखे ते कई सूरज दी रोशनी मेरे तक ते आई नहीं रही, इस दे विच सूरज दी गलती नहीं, इंसान दी गलती है। भाव इंसान किरपा जरूर की सी रब ने, पर वो किरपा बूहे बारियां बंद करके अपने दिल दे दरवाजे, अपने मन दे, अपनी सुरत नूं बंद करके रखिया, उस किरपा नूं हासिल नहीं कीती। इत्थे रब दी गलती नहीं, इत्थे इंसान दी गलती है। जदों इंसान उस गुरबाणी ते पहरा देगा, उस चानण दे विच, रोशनी दे विच हमेशा बरकरार रहेगा। ये वाकई किते ना किते गुरबाणी दी रोशनी, गुरबाणी इस जग में चानण, उस गुरबाणी दा प्रकाश हृदय दे विच करेगा ते कहेगा बलहारी गुर आपने दियोहाड़ी सदवार, जिन मानस ते देवते किए करत ना लागी वा। जिसके सिर ऊपर तू स्वामी, सो दुख कैसा पावे, बोल ना जाने माया मदमाता, मरना चीत ना आवे। असल दे विच ओ जिहड़े माया वाले फुरने अंदरों उठदे ने ਉਹਨਾਂ ਨੂੰ ਭੁੱਲ ਜਾਂਦਾ ਹੈ। ਫਿਰ ਕੀ ਹੁੰਦਾ ਹੈ ਜੀ? ਮਾਇਆ ਤੋਂ ਦੂਰ ਹੁੰਦਿਆਂ ਭਗਤੀ ਦੇ ਵਿੱਚ ਜੁੜ ਜਾਂਦਾ ਹੈ। ਜੋ ਤੇਰੇ ਰੰਗ ਰਾਤੀ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ। ਸਵਰਗ ਨਰਕ ਮੌਤ ਤੋਂ ਬਾਅਦ ਕਿੱਥੇ ਜਾਣਾ ਹੈ, ਕੀ ਕਰਨਾ ਹੈ, ਕਦੋਂ ਆਵਾਂਗਾ, ਇਹ ਜਿਹੜਾ ਇਨਸਾਨ ਜਨਮ ਮਰਨ ਦੇ ਗੇੜ ਦੇ ਵਿੱਚ ਪਿਆ ਹੈ। ਇਨਸਾਨ ਦਿਹਾੜੀ ਦੇ ਵਿੱਚ ਲੱਖ ਵਾਰੀ ਮਰਦਾ ਹੈ ਤੇ ਲੱਖ ਵਾਰੀ ਜਿਉਂਦਾ ਹੈ ਜੀ। ਤੁਸੀਂ ਸੋਚਣਾ ਕਦੇ ਰੱਬ ਦੇ ਦਰਬਾਰ ਦੇ ਅੰਦਰ ਆਏ ਤੇ ਅਸੀਂ ਜਿਉਂਦੇ ਹੋ ਜਾਂਦੇ ਹਾਂ। ਵਾਹ ਕੀਰਤਨ ਚੱਲ ਰਿਹਾ ਹੈ, ਸ਼ਬਦ ਦਾ ਵਿਚਾਰ ਹੋ ਰਹੀ ਹੈ, ਪਾਠ ਚੱਲ ਰਿਹਾ ਹੈ, ਬੜਾ ਆਨੰਦ ਹੁੰਦਾ ਹੈ। ਤੇ ਜੋ ਗੁਰਦੁਆਰੇ ਦੀ ਦਹਲੀਜ਼ ਤੋਂ ਬਾਹਰ ਪੈਰ ਰੱਖਦੇ ਹਾਂ, 10 ਰੁਪਏ ਵੀ ਕਿਸੇ ਇਨਸਾਨ ਦੇ ਡਿੱਗੇ ਮਿਲ ਗਏ, ਅਸੀਂ ਪੈਰ ਦੇ ਨਾਲ ਉਹਨਾਂ ਨੂੰ ਦਬੋਚ ਲੈਂਦੇ, ਇਨਸਾਨ ਉੱਥੇ ਫੇਰ ਮਰ ਜਾਂਦਾ। ਇਹ ਜਿਉਣਾ ਤੇ ਮਰਨਾ
गुरबाणी ने भी बयान किया है जी, बहुत बार इंसान बहुत बार मरदा है, बहुत बार जिंदा है। यही गल है, जेकर तू इस जन्म मरण दे गेड़ दे विचों बाहर निकल जावे, पर निकलेगा कदों? जदों गरीब पातशाह जी दे रंग दे विच रंगिया जाएगा। जो तेरे रंग राते स्वामी, इनका जन्म मरण दुख नासा। वो कहने लगे तेरी बख्श ना मेटे कोई, सतगुर का दिलासा। एक आसरा, एक भरोसा लेके जेड़ा समाजिक जीव विचरदा है, ते जेकर तेरी ओट होवे, तेरा आसरा होवे, ते फिर दुष्टां दे नाल पर्वत दे नाल लड़न दी ताकत भी रखदा है। नाम धियायन सुख फल पायन, 8 पहर आनंद है। इंसान, मैं आप जी दे नाल दसवंध दी गल कीती सी ना जी, कि 2.5 घंटे नाम जपना। हालांकि गुरबाणी कहती है 8 पहर आराधी है पूर्ण सतगुर ज्ञान। जदों दुख भंजन तेरा नाम जी, दुख भंजन तेरा नाम दी उन्होंने गल कीती, वो दुखां दा नाश कर देंदा है। ओदा नाम दुखां दा खात्मा करने वाला है। एवें ना किते समाज दे अंदर हर एक बंदे दे कोल असीं हथ अड़दे फिरीए, गुरु दुखां दा खात्मा करदा है। एक बार नाम ते ध्यान के वेखिए, नाम ध्यायन, नाम ध्यान तो बाद सुख फल पायन, सुख फल भी प्राप्त होंदे ने। वो कहन लगे 8 पहर आनंद है। गल आ गई जी 8 पहर दी, क्योंकि 24 घंटा दे विच 8 पहर बनते हैं। 4 पहर दिन दे बनते हैं ते 4 पहर रात दे बनते हैं। इवें दे अंदर गल स्पष्ट हो जाती है। तो गरीब निवाज सच्चे पातशाह जी का यही हुक्म है, नाम धियायन सुख फल पायन। 8 पहर आनंद है। 8 पहर उस पातशाह जी दे नाम नूं ध्या के देख ते सही भाई, तो इस शरीर दे अंदर आके बैठे ने, उन्हां दुष्टां दा मैं खात्मा कर दिंदा हां। ये दुष्ट बहुत ही ताकतवर ने, पर गुरु तो ताकतवर नहीं, उस पातशाह जी तो ताकतवर नहीं। कबीर धरती साधकी, धरती कहती है गुरु दी, पर कब्जा किसने किया? पंच दुष्टां ने। पंच चोर तो बाहर कड्डण दी लोड़ है। न समझो किल विखो, करता कर आया भाव ओ करता। ओ सृष्टि दा मालक जदों इस हिरदे दे अंदर आ जांदा है, ते पंच दुष्ट इस सृष्टि दे विचों अपने आप ही बाहर चले जाते ने, अपने आप ही इस तो दूर चले जाते ने, गायब हो जाते ने। न समझो किल विखो, करता कराया। क्योंकि जेड़ा मकान मालक घर दे विच आ जावे, फिर चोर दी हिम्मत नहीं मकान मालिक दे घर ते कब्जा करन लगा। पर जेकर रब नूं बाहर बिठाया, घर दे विच मालक ही नहीं है, फिर चोर ते जरूर कब्जा करनगे। वो कहन लगे तेरी शरण तेरे परवासे, पंच दुष्ट ने सद है, मैं पंच दुष्टां दा खात्मा कर सकदा, पर तेरे सहारे करके। अखीरली तुरक सब नूं याद है जी। वो कहन लगे ज्ञान ध्यान किछ कर्म ना जाना, सार ना जाना तेरी, सब ते वड्डा सतगुरु नानक जिन कल राखी मेरी। हे मेरे मालक जी, हे मेरे प्रभु जी, मैं तेरी बख्शिश सदके कदर जा नहीं जानदा, तेरा ओट आसरा मैं नहीं समझिया सी। जदों मैं तेरी कदर समझी, जदों मैनू लग्या कि रब तो बगैर कुछ भी नहीं, मैनू आत्मक जीवन दी सूझ भी नहीं सी, तेरे चरना दी सुरत टिकाई भी नहीं जानदा। किवें सुरत टिकदी है, किवें तेरी शरण दे विच आया जांदा है। किसी होर धार्मिक कम दी भी मैनू सूझ नहीं सी, मैं नहीं जानदा कुछ भी। ज्ञान ध्यान किश कर्म न जाना, सार न जाना तेरी, सब ते वड्डा सतगुरु नानक जिन कल राखी मारी। पर तेरी मेहर नाल, तेरी बख्शिश सदका, तेरी कृपा, तेरी ओट आसरा लेंदिया होया मैनू सब तो वड्डा गुरु नानक मिल पाया है। आखो सतनाम श्री वाहिगुरू।